ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Welcome to the channel of Optimistic Force. My name is Amneet Singh. Today I am going to emphasize upon how to correctly write an IELTS essay writing introduction. So let's understand how to write IELTS introduction. IELTS introduction ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ, three main parts. ਪਹਿਲਾ ਹੁੰਦਾ ਮੁੱਦਾ, ਦੂਜਾ ਹੁੰਦਾ ਬਹਿਸ, ਤੀਜਾ ਹੁੰਦੀ ਹੈ ਥੀਸਿਸ. ਸੋ ਮੁੱਦਾ, ਬਹਿਸ ਐਂਡ ਥੀਸਿਸ. ਹੁਣ ਮੁੱਦਾ ਕੀ ਹੈ? ਮੁੱਦਾ ਮੀਨਸ ਜੋ ਟੌਪਿਕ ਹੁੰਦਾ ਜਿਹਦੇ ਉੱਤੇ ਬਹਿਸ ਹੋਣੀ ਹੁੰਦੀ ਹੈ. ਬਹਿਸ ਦਾ ਮਤਲਬ ਕੀ ਹੈ? ਡਿਬੇਟ, ਰਾਈਟ, ਜਿਹਦੇ ਉੱਤੇ ਤੁਸੀਂ ਡਿਬੇਟ ਕਰਨੀ ਹੈ. ਹੁਣ ਫੋਰ ਐਗਜ਼ਾਮਪਲ ਕੀ ਹੁੰਦਾ ਵੀ ਜ਼ਿਆਦਾਤਰ ਜਿਹੜੇ ਕੁਐਸਚਨਸ ਹੋਣਗੇ ਐਸੇ ਟੌਪਿਕਸ, ਉਹਨਾਂ ਉੱਤੇ ਤੁਹਾਨੂੰ ਟੌਪਿਕ ਨਹੀਂ ਗਿਵਨ ਹੁੰਦਾ, ਡਿਬੇਟ ਗਿਵਨ ਹੁੰਦੀ ਹੈ. ਫੋਰ ਐਗਜ਼ਾਮਪਲ ਅਗਰ ਡਿਬੇਟ ਇਹ ਹੈ ਵੀ ਸਮ ਪੀਪਲ ਬਿਲੀਵ that eventually all jobs will be done by artificially intelligent robots. A debate. Some people believe that all jobs will be done by artificially intelligent robots. What is your opinion? थोड़ा opinion पूछा. ਹੁਣ ਦੇਖਿਆ ਜਾਵੇ ਤਾਂ ਇਹ ਕੀ ਹੈ? ਇਹ ਬਹਿਸ ਆ. You understand? ਇਹਦੇ 'ਚ ਟੌਪਿਕ ਨਹੀਂ ਹੈਗਾ. ਤਾਂ ਹੁਣ ਕੀ ਹੁੰਦਾ ਵੀ ਅਕਸਰ ਇੱਦਾਂ ਦੇ ਟੌਪਿਕਸ ਆਉਂਦੇ ਨੇ ਜਿਹਦੇ ਤੁਸੀਂ ਆਪ ਟੌਪਿਕ ਸਮਝਣਾ ਹੁੰਦਾ. ਟੌਪਿਕ ਦਾ ਮਤਲਬ ਕੀ? ਮੁੱਦਾ ਜਿਹਦੇ ਉੱਤੇ ਬਹਿਸ ਹੋ ਰਹੀ. ਬਹਿਸ ਤਾਂ ਹੋ ਰਹੀ ਹੈ ਵੀ ਇਵੈਂਚੁਅਲੀ ਹੋ ਸਕਦਾ ਕੱਲ੍ਹ ਨੂੰ ਸਾਰੀਆਂ ਜੌਬਸ ਜਿਹੜੀਆਂ ਨੇ ਰਿਪਲੇਸ ਹੋ ਜਾਣ ਆਰਟੀਫਿਸ਼ੀਅਲੀ ਇੰਟੈਲੀਜੈਂਟ ਰੋਬੋਟਸ ਵੱਲੋਂ. ਹੋ ਸਕਦਾ ਹੈ ਕੱਲ੍ਹ ਨੂੰ ਹੋ ਜਾਣ, ਲੋਕਾਂ ਦਾ ਵਿਸ਼ਵਾਸ ਹੈ. ਇਹਦਾ ਮਤਲਬ ਕੀ ਹੈ? ਮੁੱਦਾ ਇਹ ਹੈ ਵੀ ਅੱਜ ਹੋ ਰਹੀਆਂ ਨੇ, ਅੱਜ ਜੌਬਸ ਰਿਪਲੇਸ ਹੋ ਰਹੀਆਂ ਨੇ. ਤਾਂ ਕੀ ਆਪਾਂ ਕਹਿ ਸਕਦੇ ਹਾਂ ਟੌਪਿਕ ਨੂੰ ਜਿਹੜਾ ਕਿ ਮੁੱਦਾ ਆ, ਪਹਿਲਾ ਸੈਂਟੈਂਸ ਜਿਹੜਾ ਹੈ ਇੰਟਰੋਡਕਸ਼ਨ ਦਾ, ਕੀ ਆਪਾਂ ਕਹਿ ਸਕਦੇ ਹਾਂ ਵੀ ਰੋਬੋਟਸ ਆਰ ਪ੍ਰੋਗਰੈਸਿਵਲੀ ਰਿਪਲੇਸਿੰਗ ਹਿਊਮਨ ਜੌਬਸ ਇਨ ਦ ਵਰਕਫੋਰਸ? ਬਿਲਕੁਲ ਕਹਿ ਸਕਦੇ ਹਾਂ. ਤਾਂ ਇਹ ਇੰਟਰੋਡਕਸ਼ਨ ਹੈ. ਇੰਟਰੋਡਕਸ਼ਨ ਤੋਂ ਬਾਅਦ ਜਿਹੜੀ ਪਹਿਲਾ ਸੈਂਟੈਂਸ ਹੈ, ਮੁੱਦਾ ਹੈ, ਇਹਦੇ ਬਾਅਦ ਆਊਗੀ ਬਹਿਸ. ਵੀ ਕੁਛ ਲੋਕਾਂ ਦਾ ਮੰਨਣਾ ਹੈ, ਕੁਛ ਲੋਕਾਂ ਦਾ ਕਹਿਣਾ ਹੈ ਵੀ ਬਹੁਤ ਸਾਰੀਆਂ ਜੌਬਸ ਜਾਂ ਆਲਮੋਸਟ ਤਕਰੀਬਨ ਸਾਰੀਆਂ ਜਿਹੜੀਆਂ ਜੌਬਸ ਨੇ ਉਹ ਰਿਪਲੇਸ ਕਰ ਦੇਣਗੀ ਆਰਟੀਫਿਸ਼ੀਅਲ ਇੰਟੈਲੀਜੈਂਟ ਰੋਬੋਟ ਫੋਰਸ. ਠੀਕ ਹੈ, ਵਰਕ ਫੋਰਸ ਨੂੰ, ਹਿਊਮਨ ਵਰਕ ਫੋਰਸ ਨੂੰ. ਇਹ ਹੁੰਦੀ ਬਹਿਸ. ਠੀਕ ਹੈ, ਤਾਂ ਮੁੱਦਾ, ਬਹਿਸ ਤੇ ਉਸ ਤੋਂ ਬਾਅਦ ਥੀਸਿਸ. ਥੀਸਿਸ ਕੀ ਹੁੰਦਾ? ਜੋ ਤੁਹਾਨੂੰ ਪੁੱਛਿਆ ਗਿਆ ਵਾਟ ਇਜ਼ ਯੋਰ ਓਪੀਨੀਅਨ, ਤੁਹਾਨੂੰ ਕੀ ਲੱਗਦਾ ਹੈ, ਤੁਹਾਡਾ ਓਪੀਨੀਅਨ ਕੀ ਹੈ? ਅਗਰ ਤੁਹਾਨੂੰ ਲੱਗਦਾ ਵੀ ਸਾਰੀਆਂ ਰਿਪਲੇਸ ਕਰ ਦੇਣਗੇ ਤਾਂ ਤੁਸੀਂ ਕਹੋਗੇ ਯੈਸ ਆਈ ਐਗਰੀ ਟੂ ਦ ਵੈਲਿਡ ਵਿਊ ਪੁਆਇੰਟ ਦੈਟ ਆਲ ਜੌਬਸ ਵਿਲ ਇਵੈਂਚੁਅਲੀ ਬੀ ਰਿਪਲੇਸਡ ਬਾਈ ਆਰਟੀਫਿਸ਼ੀਅਲ ਇੰਟੈਲੀਜੈਂਟ ਰੋਬੋਟਸ. ਅਗਰ ਤੁਹਾਨੂੰ ਲੱਗਦਾ ਵੀ ਨਹੀਂ ਸਾਰੀਆਂ ਨਹੀਂ ਹੋਣਗੀਆਂ, ਕੁਝ ਕੁ ਰਹਿ ਜਾਣਗੀਆਂ, ਠੀਕ ਹੈ, ਤਾਂ ਤੁਸੀਂ ਕੀ ਕਹਿ ਸਕਦੇ ਹੋ? ਤੁਸੀਂ ਕਹਿ ਸਕਦੇ ਹੋ ਵਾਈਲ ਆਈ ਥਿੰਕ ਮੈਨੀ ਜੌਬਸ will be replaced by artificially intelligent robots, there will be some jobs still left that cannot be replaced because robots do not have that emotional intelligence to remove or replace those jobs. Simple. ਗੱਲ ਸਮਝ ਰਹੇ ਹੋ? ਮੁੱਦਾ, ਬਹਿਸ, ਥੀਸਿਸ. ਅਗਰ ਇਹ ਤੁਹਾਨੂੰ ਤਿੰਨ ਚੀਜ਼ਾਂ ਲਿਖਣੀਆਂ ਆਉਂਦੀਆਂ ਨੇ ਤਾਂ ਤੁਸੀਂ ਕੋਈ ਵੀ ਐਸੇ ਰਾਈਟਿੰਗ, ਐਸੇ ਦਾ ਜਿਹੜਾ ਟੌਪਿਕ ਆ ਉਹਨੂੰ ਮਾਸਟਰ ਕਰ ਸਕਦੇ ਹੋ. ਪਰ ਤੁਹਾਨੂੰ ਇਹ ਚੀਜ਼ ਇੱਦਾਂ ਨਹੀਂ ਆਉਣ ਲੱਗੀ, ਤੁਹਾਨੂੰ ਲਿਖਣਾ ਪਏਗਾ. ਲਿਖਣ ਦੇ ਨਾਲ ਨਾਲ ਕੀ ਹੈਗਾ, ਤੁਹਾਨੂੰ ਸੋਚ ਨੂੰ ਆਪਣੀ ਐਨਹੈਂਸ ਕਰਨਾ ਪਏਗਾ. ਜਦ ਤੱਕ ਤੁਸੀਂ ਅੰਦਰ ਨਹੀਂ ਝਾਕੋਗੇ, ਆਪਣੇ ਅੰਦਰ ਖਿਆਲਾਤਾਂ ਵੱਲ ਨਹੀਂ ਝਾਕੋਗੇ, ਉਹਨਾਂ ਨੂੰ ਲਿਖਣ ਦੀ ਕੋਸ਼ਿਸ਼ ਨਹੀਂ ਕਰੋਗੇ, ਤਾਂ ਤੁਸੀਂ ਕਦੀ ਵੀ ਆਪਣੀ ਆਇਲਸ ਦੀ ਇੰਟਰੋਡਕਸ਼ਨ ਜਿਹੜੀ ਹੈਗੀ ਹੈ ਉਹਨੂੰ ਮਾਸਟਰ ਨਹੀਂ ਕਰ ਸਕਦੇ. ਇੱਕ ਚੀਜ਼ ਯਾਦ ਰੱਖਣਾ, ਇੱਕੋ ਸਟਰਕਚਰ ਹੈ ਇੰਟਰੋਡਕਸ਼ਨ ਨੂੰ ਲਿਖਣ ਦਾ. ਪਹਿਲਾ ਮੁੱਦਾ, ਦੂਜਾ ਬਹਿਸ, ਤੀਜਾ ਥੀਸਿਸ. ਮੁੱਦਾ ਜ਼ਰੂਰੀ ਨਹੀਂ ਹੈ ਤੁਹਾਨੂੰ ਹਮੇਸ਼ਾ ਦਿੱਤਾ ਹੋਵੇ, ਸੋ ਤੁਹਾਨੂੰ ਉਹ ਬਣਾਉਣਾ ਪਏਗਾ ਸੋਚ ਕੇ ਟੌਪਿਕ ਦੀ ਥੀਮ ਕੀ ਹੈ. ਠੀਕ ਹੈ, ਬਹਿਸ ਕੀ ਹੈ? ਜੋ ਦਿੱਤਾ ਹੋਇਆ ਜਿਹਦੇ ਉੱਤੇ ਤੁਸੀਂ ਡਿਬੇਟ ਕਰਨੀ ਹੈ. ਡਿਬੇਟ ਇਹ ਹੈ ਸਮ ਪੀਪਲ ਬਿਲੀਵ ਦੈਟ ਇਵੈਂਚੁਅਲੀ ਆਲ ਜੌਬਸ ਵਿਲ ਬੀ ਡਨ ਬਾਈ ਆਰਟੀਫਿਸ਼ੀਅਲੀ ਇੰਟੈਲੀਜੈਂਟ ਰੋਬੋਟਸ. ਇਹ ਡਿਬੇਟ ਹੈ. ਸੋ ਇਹਦੇ ਪਿੱਛੇ ਥੀਮ ਕੀ ਹੈ? ਵੀ ਜੇ ਆਪਾਂ ਸੋਚਦੇ ਹਾਂ ਵੀ ਕੱਲ੍ਹ ਨੂੰ ਸਾਰੀਆਂ ਜੌਬਸ ਰਿਪਲੇਸ ਹੋ ਜਾਣਗੀਆਂ, ਇਹਦਾ ਮਤਲਬ ਥੀਮ ਇਹ ਹੈ ਨਾ ਵੀ ਅੱਜ ਹੋ ਰਹੀਆਂ ਨੇ. ਅੱਜ ਆਪਾਂ ਦੇਖ ਰਹੇ ਹਾਂ ਬੜੇ ਵੱਡੇ ਲੈਵਲ 'ਤੇ ਆਟੋਮੇਸ਼ਨ ਹੋ ਰਹੀ ਹੈ. ਠੀਕ ਹੈ, ਵਰਕ ਫੋਰਸ ਇਜ਼ ਬੀਂਗ ਰਿਪਲੇਸਡ. We can see automatic robots working out, taking away jobs that were to be done by humans at the very first place, but are now being done by these automatic robots or robotic arms. ਤੁਸੀਂ ਦੇਖਿਆ ਹੋਊਗਾ ਕਿਤੇ ਕੋਈ ਗੱਡੀ ਦੀ ਮੈਨੂਫੈਕਚਰਿੰਗ ਹੋ ਰਹੀ ਹੈ ਤਾਂ ਵੱਡੇ ਉਹਦੇ ਜਿਹੜੇ ਪਾਰਟਸ ਨੇ ਉਹ ਮੈਨੂਫੈਕਚਰ ਕਰ ਰਹੀ ਹੈ ਰੋਬੋਟਿਕ ਆਰਮਸ, ਅਤੇ ਉਹਨਾਂ ਨੂੰ ਪਿਕ ਐਂਡ ਪਲੇਸ ਵੀ ਕਰ ਰਹੀ ਹੈ. ਤਾਂ ਇਹ ਹੋ ਰਿਹਾ ਅੱਜ. ਅਗਰ ਹੋ ਰਿਹਾ ਤਾਂ ਇੱਥੋਂ ਅੰਦਾਜ਼ਾ ਲੱਗਦਾ ਹੈ, ਇੱਥੋਂ ਉਮੀਦ ਹੁੰਦੀ ਹੈ ਵੀ ਕੱਲ੍ਹ ਨੂੰ ਸਾਰੀਆਂ ਜੌਬਸ ਹੀ ਰਿਪਲੇਸ ਹੋ ਜਾਣਗੀਆਂ. ਤਾਂ ਤੁਹਾਨੂੰ ਹੁਣ ਥੀਮ ਬਣਾਉਣੀ ਆ ਗਈ. ਜੋ ਸਾਨੂੰ ਅੱਗੇ ਦਿੱਤਾ ਹੋਇਆ ਸੀਗਾ ਡਿਬੇਟ, ਉਹਦੇ ਅਕੋਰਡਿੰਗ ਥੀਮ ਬਣਾਉਣੀ. ਜਦੋਂ ਤੁਸੀਂ ਥੀਮ, ਜੋ ਕਿ ਪਹਿਲੀ ਸੈਂਟੈਂਸ ਹੈ, ਟੌਪਿਕ ਸੈਂਟੈਂਸ, ਠੀਕ ਹੈ, ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਮੁੱਦਾ ਹੈ, ਅਗਰ ਉਹ ਬਣਾਉਣਾ ਆ ਗਿਆ, ਡਿਬੇਟ ਆਟੋਮੈਟਿਕਲੀ ਫੋਲੋ ਹੋ ਜਾਏਗੀ. ਜਦੋਂ ਡਿਬੇਟ ਫੋਲੋ ਹੋਏਗੀ ਉਸ ਤੋਂ ਬਾਅਦ ਆਟੋਮੈਟਿਕਲੀ ਜੋ ਤੁਹਾਨੂੰ ਪੁੱਛਿਆ ਗਿਆ ਕੁਐਸਚਨ 'ਚ ਵੀ ਵਾਟ ਇਜ਼ ਯੋਰ ਓਪੀਨੀਅਨ, ਉਹ ਤੁਸੀਂ ਆਪਣਾ ਓਪੀਨੀਅਨ ਦੇ ਸਕਦੇ ਹੈਗੇ.
अगर तुसी इस प्रक्रिया च जाने हो तो पहली गल तुसी टास्क अचीवमेंट ਜਿਹੜਾ कि 25% हिस्सा आ IELTS ਦੀ ਇਵੈਲੂਏਸ਼ਨ ਦਾ ਉਹਨੂੰ ਤੁਸੀਂ ਫੁੱਲਫਿਲ ਕਰ ਰਹੇ ਹੋ। ਦੈਨ ਨੈਕਸਟ 25% ਕੀ ਹੈਗਾ, ਤੁਸੀਂ ਕੋਹਰੈਂਟ ਹੈਗੇ ਹੋ। ਕਿਉਂ? ਦ ਡਿਬੇਟ ਇਜ਼ ਫੋਲੋਇੰਗ योर टॉपिक एंड द थीसिस इज फॉलोइंग योर डिबेट। अगर ये तीन चीज़ां एक फॉलो दे विच हो रही ने, दे आर इंटरकनेक्टेड टू ईच अदर, दैन ऑब्वियसली यू विल बी हाई ऑन कोहरेंस। दैन द थर्ड पैरामीटर विच ऑल्सो कंप्राइजेज ऑफ 25% in terms of your writing evaluation, that is your grammatical range and accuracy। ठीक है, ਹੁਣ ਗ੍ਰਾਮੈਟੀਕਲ ਰੇਂਜ ਵੀ ਝਲਕੂਗੀ ਜਦੋਂ ਤੁਸੀਂ ਯੂਜ਼ ਕਰੋਗੇ ਕੰਪਲੈਕਸ ਸਟਰਕਚਰਸ ਦੇ ਵਿੱਚ। ਠੀਕ ਹੈ ਨਾ, ਤੁਸੀਂ ਜਿਵੇਂ ਕਹਿ ਸਕਦੇ ਹੋ ਵੀ ਵਾਈਲ ਆਈ ਥਿੰਕ ਮੈਨੀ ਜੌਬਸ or most jobs will be replaced by these robots, still there will be few jobs left which they cannot replace because of their lack of emotional intelligence। ਹੁਣ ਇਹ ਕੀ ਹੋਇਆ, ਇੱਕ ਕੰਪਲੈਕਸ ਸੈਂਟੈਂਸ ਹੈ, ਇੱਦਾਂ ਹੀ ਤੁਸੀਂ ਕੰਪਾਊਂਡ ਸੈਂਟੈਂਸ ਬਣਾ ਸਕਦੇ ਹੋ। ਤਾਂ ਇਹ ਤੁਸੀਂ ਗ੍ਰਾਮੈਟੀਕਲ ਰੇਂਜ ਨੂੰ ਫੁੱਲਫਿਲ ਕਰਦੇ ਪਏ ਹੋ। ਗ੍ਰਾਮੈਟੀਕਲੀ ਐਕੂਰੇਟ ਵੀ ਹੋਣੇ ਚਾਹੀਦੇ ਹੋ, ਤੁਹਾਡੀ ਕੋਈ ਵੀ ਵਰਬ ਦੀ, ਪ੍ਰੈਪੋਜੀਸ਼ਨ ਦੀ, ਠੀਕ ਹੈ ਨਾ, ਦਿੱਕਤ ਨਹੀਂ ਹੋਣੀ ਚਾਹੀਦੀ ਸੈਂਟੈਂਸ ਫਾਰਮੇਸ਼ਨ ਦੇ ਰੂਪ ਦੇ ਵਿੱਚ। ਐਂਡ ਲਾਸਟਲੀ ਵਿਚ ਇਜ਼ ਯੋਰ ਵੋਕੈਬਲਰੀ ਰੇਂਜ ਐਂਡ ਐਕੂਰੇਸੀ। ਅਤੇ ਵੋਕੈਬਲਰੀ ਰੇਂਜ ਕੀ ਹੈ, ਜੋ ਤੁਸੀਂ ਵੋਕੈਬਲਰੀ ਨੂੰ ਵੱਖਰਾ ਵੱਖਰਾ ਯੂਜ਼ ਕਰਕੇ ਦਿਖਾਓਗੇ, ਤੁਸੀਂ ਰਿਪੀਟ ਨਹੀਂ ਕਰ ਰਹੇ ਹੋ ਚੀਜ਼ਾਂ ਨੂੰ। ਠੀਕ ਹੈ ਨਾ, ਗੱਲ ਸਮਝ ਰਹੇ ਹੋ, ਇਹ ਵੋਕੈਬਲਰੀ ਦੀ ਰੇਂਜ ਆ। ਉਵੇਂ ਹੀ ਐਕੂਰੇਸੀ ਹੈ। ਠੀਕ ਹੈ, ਹੁਣ ਦੇਖੋ ਰੇਂਜ ਪਹਿਲਾਂ ਸਮਝੋ, ਰੇਂਜ ਕੀ ਹੁੰਦਾ, ਪੈਰਾਫਰੇਜ਼ ਕਰਨਾ। ਹੁਣ ਤੁਹਾਨੂੰ ਡਿਬੇਟ ਦੇ ਦਿੱਤੀ, ਡਿਬੇਟ ਨੂੰ ਐਗਜ਼ੈਕਟਲੀ ਤੁਸੀਂ ਸੇਮ ਹੀ ਸ਼ਬਦਾਂ ਨੂੰ ਕਾਪੀ ਪੇਸਟ ਕਰ ਦੋਗੇ ਤਾਂ ਤੁਹਾਡੇ ਨੰਬਰ ਘੱਟ ਜਾਣਗੇ, ਕਿਉਂਕਿ ਐਜ਼ ਐਨ ਐਗਜ਼ਾਮੀਨਰ ਮੈਨੂੰ ਲੱਗੂਗਾ ਵੀ ਤੁਹਾਨੂੰ ਇਸ ਤੋਂ ਵੱਖਰਾ ਲਿਖਣਾ ਨਹੀਂ ਆਉਂਦਾ। ਇਹਦਾ ਮਤਲਬ ਕੀ ਹੈ, ਯੂ ਆਰ ਲੈਕਿੰਗ ਦੋਜ਼ ਵੋਕੈਬਲਰੀ ਸਕਿੱਲਸ, ਦ ਵੋਕੈਬਲਰੀ ਰੇਂਜ। ਸੋ ਤੁਸੀਂ ਕੀ ਕਰਨਾ, ਉਹਨੂੰ ਪੈਰਾਫਰੇਜ਼ ਕਰਨਾ। ਪੈਰਾਫਰੇਜ਼ ਦਾ ਮਤਲਬ ਕੀ ਹੈ, ਉਹਨੂੰ ਘੁਮਾ ਫਿਰਾ ਕੇ ਆਪਣੇ ਸ਼ਬਦਾਂ 'ਚ ਲਿਖਣਾ ਪਰ ਮੀਨਿੰਗ ਉਹਦਾ ਸੇਮ ਰਵੇ। ਦੈਟਸ ਕਾਲਡ ਪੈਰਾਫਰੇਜ਼ਿੰਗ। So that's how you're going to improve your vocabulary range and accuracy। So ਇਹ 4 ਪੈਰਾਮੀਟਰਸ ਨੇ ਜੋ ਤੁਸੀਂ ਫੁੱਲਫਿਲ ਕਰਨੇ ਨੇ। ਇਹ ਸਿਰਫ ਕੱਲਾ ਇੰਟਰੋਡਕਸ਼ਨ 'ਚ ਨਹੀਂ ਹੈ, ਇਹ ਥਰੂ ਆਊਟ ਦੀ ਐਸੇ ਦੇ ਵਿੱਚ ਹੈ, ਪਰ ਆਪਾਂ ਕਿਉਂਕਿ ਇੱਥੇ ਇੰਟਰੋਡਕਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਮੈਂ ਤੁਹਾਨੂੰ ਸਮਝਾ ਰਿਹਾ 4 ਪੈਰਾਮੀਟਰਸ ਨੂੰ ਤੁਸੀਂ ਕਿੱਦਾਂ ਫੋਲੋ ਕਰਨਾ ਹੈ। ਅਗਰ ਤੁਸੀਂ ਇਸ ਚੀਜ਼ ਨੂੰ ਇੱਦਾਂ ਫੋਲੋ ਕਰਦੇ ਹੋ ਤਾਂ ਤੁਸੀਂ ਕੋਈ ਵੀ ਆਪਣੀ ਆਇਲਟਸ ਦੀ ਜਿਹੜੀ ਐਸੇ ਦੀ ਇੰਟਰੋਡਕਸ਼ਨ ਹੈ ਉਹਨੂੰ ਮਾਸਟਰ ਕਰ ਸਕਦੇ ਹੋ। ਅਤੇ ਇਹ ਸੇਮ ਫਾਰਮੂਲਾ ਚੱਲੇਗਾ ਚਾਹੇ ਤੁਸੀਂ ਟੋਫਲ ਦਾ ਐਗਜ਼ਾਮ ਦੇ ਰਹੇ ਹੋ, ਤੁਸੀਂ ਸੈਲਫ ਦੇ ਰਹੇ ਹੋ, ਤੁਸੀਂ PTE ਦੇ ਰਹੇ ਹੋ। ਬਿਕਾਜ਼ ਸਕਿੱਲ ਸੈੱਟ ਉਹੀ ਹੁੰਦਾ, ਸਟ੍ਰੈਟਜੀ ਉਹੀ ਹੁੰਦੀ ਹੈ, ਸਿਰਫ ਉਹਦੀ ਆਪਾਂ ਪਿਚਮੈਂਟ ਦੇ ਉੱਤੇ ਕੰਮ ਕਰਨਾ ਵੀ ਉਹਨੂੰ ਐਗਜ਼ੀਕਿਊਟ ਕਿੱਦਾਂ ਕਰਨਾ, ਕਿਉਂਕਿ ਟੌਪਿਕਸ ਦੇ ਅਕੋਰਡਿੰਗ ਵੇਰੀ ਕਰੇਗਾ ਤੁਹਾਡਾ ਟੌਪਿਕ, ਸਟੇਟਮੈਂਟ ਜਿਹਨੂੰ ਤੁਸੀਂ ਮੁੱਦਾ ਕਹਿ ਦਿੱਤਾ, ਤੁਹਾਡੀ ਬਹਿਸ ਐਂਡ ਤੁਹਾਡੀ ਥੀਸਿਸ। So if you like the video, press the like button, consider sharing it with a friend, and if you're new to the channel, subscribe to the channel, and see you until the next video. Until then, bye.